ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਪੋਲਿਟੀ ਦੀ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ ਜਿਹਦੇ ਵਿੱਚ ਆਪਾਂ ਹਰ ਇੱਕ ਤਰੀਕੇ ਦੇ ਪੋਲਿਟੀ ਦੇ ਜਿੰਨੇ ਵੀ ਕੁਐਸਚਨਸ ਨੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਜੋ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਤੁਸੀਂ ਕੀ ਕਰਨਾ ਹੈ, ਪੋਲਿਟੀ ਦੀ ਵੀਡੀਓਜ਼ ਦੇਖਣੀ ਹੈ, ਜੇ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਕਰਨੀ ਹੈ, ਸ਼ੇਅਰ ਜ਼ਰੂਰ ਕਰਨਾ ਹੈ ਐਂਡ ਆਪਣੇ ਰਿਵਿਊਜ਼ ਤੁਸੀਂ ਕਮੈਂਟ ਬਾਕਸ ਵਿੱਚ ਦੇਣੇ ਨੇ ਕਿ ਤੁਹਾਨੂੰ ਜੋ ਵੀਡੀਓਜ਼ ਹੈ ਉਹ ਕਿਸ ਤਰੀਕੇ ਦੀਆਂ ਲੱਗੀਆਂ। ਸੋ ਲੈਟਸ ਸਟਾਰਟ। ਜਿੰਨੇ ਵੀ ਐਡੀਸ਼ਨਲ ਪੁਆਇੰਟਸ ਨੇ ਸੈਕੰਡ ਥਿੰਗ ਜਿੰਨੇ ਵੀ ਐਡੀਸ਼ਨਲ ਪੁਆਇੰਟਸ ਨੇ ਤੁਸੀਂ ਆਪਣੀ ਕਾਪੀ ਪੈਨ ਲੈ ਕੇ ਬੈਠ ਜਾਣਾ, ਉਹਨਾਂ ਨੂੰ ਰਾਈਟ ਡਾਊਨ ਕਰਦੇ ਜਾਣਾ। ਜਿੰਨੇ ਵੀ ਕੁਐਸਚਨ ਇੱਥੇ ਡਿਸਕਸ ਕੀਤੇ ਜਾਂਦੇ ਨੇ ਉਹ ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਫਰਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ। ਕੁਐਸਚਨ ਕੀ ਪੁੱਛਿਆ ਜੀ, ਡਿਮਾਂਡ ਕੀ ਕੁਐਸਚਨ ਦੀ ਫਸਟਲੀ ਉਹ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇੰਡੀਅਨ ਪਾਰਲੀਮੈਂਟ ਕੰਸਿਸਟ, ਕਹਿੰਦੇ ਅੱਜ ਦੇ ਜੋ ਕੁਐਸਚਨਸ ਰਹਿਣਗੇ ਉਹ ਇੰਡੀਆ ਦੀ ਪਾਰਲੀਮੈਂਟ ਦੇ ਰਿਗਾਰਡਿੰਗ ਰਹਿਣਗੇ। ਠੀਕ ਹੈ ਜੀ। ਪਹਿਲਾ ਹੀ ਕੁਐਸਚਨ ਕੀ ਹੈ ਕਿ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਕਿ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਆਉਂਦਾ ਕੀ ਹੈ। ਇਹ ਡੈਫੀਨੇਸ਼ਨ ਆਰਟੀਕਲ 79 ਵੀ ਦੱਸਦਾ ਹੈ। ਠੀਕ ਹੈ ਜੀ। ਆਰਟੀਕਲ 79 ਦੇ ਵਿੱਚ ਪੁੱਛਿਆ ਜਾਂਦਾ ਹੈ, ਆਰਟੀਕਲ 79 ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਇੰਡੀਆ ਦੀ ਪਾਰਲੀਮੈਂਟ ਵਿੱਚ ਕੌਣ ਕੌਣ ਆਉਂਦਾ, ਕਿਹੜੇ ਕਿਹੜੇ ਜੋ ਕੰਸਿਸਟ ਕਿਵੇਂ ਹੁੰਦੀ ਹੈ, ਬਣਦੀ ਕਿਵੇਂ ਪਾਰਲੀਮੈਂਟ, ਕਿੰਨਾ ਦੇ ਸੁਮੇਲ ਨੂੰ ਕਹਿੰਦੇ ਨੇ ਪਾਰਲੀਮੈਂਟ। ਦੇਖੋ ਫਸਟ ਆਪਸ਼ਨ ਹੈ ਕਹਿੰਦੇ ਲੋਕ ਸਭਾ ਐਂਡ ਰਾਜ ਸਭਾ, ਕਹਿੰਦੇ ਕੀ ਸਿਰਫ ਲੋਕ ਸਭਾ ਤੇ ਰਾਜ ਸਭਾ ਮਿਲ ਕੇ ਇੱਕ ਪਾਰਲੀਮੈਂਟ ਬਣਾਉਂਦੀ ਹੈ। ਲੋਕ ਸਭਾ, ਰਾਜ ਸਭਾ ਐਂਡ ਪ੍ਰਾਈਮ ਮਿਨਿਸਟਰ, ਕੀ ਪ੍ਰਾਈਮ ਮਿਨਿਸਟਰ ਲੋਕ ਸਭਾ, ਰਾਜ ਸਭਾ ਤੇ ਪ੍ਰਾਈਮ ਮਿਨਿਸਟਰ ਤਿੰਨੋਂ ਚੀਜ਼ਾਂ ਕੰਸਿਸਟ ਹੋ ਕੇ ਫਿਰ ਪਾਰਲੀਮੈਂਟ ਕਹਿਲਾਉਂਦੇ ਨੇ? ਨਹੀਂ ਜੀ। ਲਾਸਟ ਆਪਸ਼ਨ ਇਜ਼ ਅ ਰਾਈਟ ਆਪਸ਼ਨ। ਜੇ ਪੁੱਛਿਆ ਜਾਵੇ ਅੰਡਰ ਆਰਟੀਕਲ 79 ਕੀ ਕਹਿੰਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਆਉਂਦਾ ਹੈ। ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰ ਹੁੰਦਾ ਹੈ ਜੀ ਪ੍ਰੈਜ਼ੀਡੈਂਟ, ਇੱਕ ਹਾਊਸ ਹੁੰਦਾ ਹੈ ਲੋਕ ਸਭਾ, ਠੀਕ ਹੈ ਜੀ, ਤੇ ਇੱਕ ਹੁੰਦਾ ਹੈ ਜੀ ਸਾਡਾ ਰਾਜ ਸਭਾ। ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਟ ਨੂੰ ਮਿਲ ਕੇ ਕੀ ਬਣਦੀ ਇੱਕ ਪਾਰਲੀਮੈਂਟ ਅੰਡਰ ਆਰਟੀਕਲ 79। ਸੋ ਆਪਸ਼ਨ ਡੀ ਇਜ਼ ਅ ਰਾਈਟ ਆਂਸਰ। ਪ੍ਰੈਜ਼ੀਡੈਂਟ, ਲੋਕ ਸਭਾ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ? ਲੋਕ ਸਭਾ ਦੇ ਵਿੱਚ ਮੈਕਸਿਮਮ 550 ਹੋ ਸਕਦੇ ਨੇ। ਅੱਜ ਦੀ ਘੜੀ ਦੇ ਵਿੱਚ 543 ਮੈਂਬਰ ਨੇ। ਰਾਜ ਸਭਾ ਦੇ ਵਿੱਚ ਮੈਕਸਿਮਮ 250 ਮੈਂਬਰ ਹੋ ਸਕਦੇ ਨੇ, ਜਿਸ ਦੇ ਵਿੱਚੋਂ ਐਟ ਪ੍ਰੈਜ਼ੈਂਟ 245 ਮੈਂਬਰਸ ਨੇ, ਜਿਸ ਦੇ ਵਿੱਚੋਂ 12 ਮੈਂਬਰਸ ਨੇ ਜੋ ਪ੍ਰੈਜ਼ੀਡੈਂਟ ਦੇ ਦੁਆਰਾ ਕੀ ਕੀਤੇ ਜਾਂਦੇ ਨੇ, ਨੋਮੀਨੇਟ ਕੀਤੇ ਜਾਂਦੇ ਨੇ। ਸੋ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਸੋ ਅਗਰ ਥਰਡ ਆਪਸ਼ਨ ਦੇਖਿਆ ਜਾਵੇ ਤਾਂ ਸਪੀਕਰ ਤੇ ਲੋਕ ਸਭਾ ਲਿਖਿਆ ਸੀ, ਜੋ ਬਿਲਕੁਲ ਗਲਤ ਹੈ। ਸਪੀਕਰ ਇਜ਼ ਦਾ ਪ੍ਰੈਸਾਈਡਿੰਗ ਆਫਿਸਰ ਆਫ ਲੋਕ ਸਭਾ, ਨਾਟ ਅ ਪਾਰਲੀਮੈਂਟ ਦਾ ਇੱਕ ਕੋਈ ਮੈਂਬਰ ਹੈ। ਨੈਕਸਟ ਕੁਐਸਚਨ ਹੈ ਕਿ the membership of parliament or legislative assembly's membership may be terminated if the remains absent without information to respective house for a term of। ਕੁਐਸਚਨ ਦੀ ਪਹਿਲਾਂ ਡਿਮਾਂਡ ਪੁੱਛਣੀ ਹੈ ਕਿ ਕੁਐਸਚਨ ਦੀ ਡਿਮਾਂਡ ਕੀ ਹੈ। ਕੁਐਸਚਨ ਕੀ ਡਿਮਾਂਡ ਕਰ ਰਿਹਾ ਹੈ ਕਿ ਚਾਹੇ ਉਹ ਗੱਲ ਆਪਾਂ ਕਰਦੇ ਹੋਈਏ ਪਾਰਲੀਮੈਂਟ ਦੀ ਤੇ ਚਾਹੇ ਉਹ ਕਿਸੇ ਸਟੇਟ ਦੀ ਵਿਧਾਨ ਸਭਾ ਦੀ ਗੱਲ ਕਰੀਏ, ਕਿਸੇ ਪਾਰਲੀਮੈਂਟ ਦੇ ਹਾਊਸ ਦੀ ਜਾਂ ਫਿਰ ਕਿਸੇ ਵਿਧਾਨ ਸਭਾ। ਵਿਧਾਨ ਸਭਾ ਕੀ ਹੁੰਦੀ ਹੈ? ਜੋ ਸਟੇਟ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ। ਦੋਨਾਂ ਦੇ ਵਿੱਚ ਕਹਿੰਦੇ ਦੋਨਾਂ ਦੇ ਮੈਂਬਰਸ ਨੂੰ ਕਦੋਂ ਟਰਮੀਨੇਟ ਕੀਤਾ ਜਾ ਸਕਦਾ ਹੈ? ਜਦੋਂ ਉਹ ਆਪਣੇ ਹਾਊਸ ਦੇ ਵਿੱਚ ਕੰਟੀਨਿਊਸਲੀ ਕਿੰਨਾ ਸਮਾਂ ਕੀ ਰਿਹਾ ਹੋਵੇ, ਐਬਸੈਂਟ ਰਿਹਾ ਹੋਵੇ। ਚਾਹੇ ਉਹ ਪਾਰਲੀਮੈਂਟ ਦੇ ਮੈਂਬਰ ਦੀ ਗੱਲ ਕਰੀਏ, ਅਗਰ ਉਹ ਪਾਰਲੀਮੈਂਟ ਦੇ ਮੈਂਬਰ ਦੀ ਗੱਲ ਕਰਦੇ ਆ ਤਾਂ ਕਹਾਂਗੇ ਕਿ ਪਾਰਲੀਮੈਂਟ ਦੇ ਮੈਂਬਰ ਨੂੰ ਕਦੋਂ ਟਰਮੀਨੇਟ ਕੀਤਾ ਜਾ ਸਕਦਾ ਹੈ? ਜਦੋਂ ਉਹ ਮੈਕਸਿਮਮ ਕਿੰਨੇ ਟਾਈਮ ਦੇ ਲਈ ਐਬਸੈਂਟ ਰਿਹਾ ਹੋਵੇ ਵਿਦਆਊਟ ਇਨਫੋਰਮ ਕੀਤੇ ਹੋਏ। ਸੇਮ ਹੀ ਚੀਜ਼ ਲਾਗੂ ਹੁੰਦੀ ਹੈ ਵਿਧਾਨ ਸਭਾ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਕਿ ਕਿਸੇ ਮੈਂਬਰ ਨੂੰ ਕਦੋਂ ਟਰਮੀਨੇਟ ਕੀਤਾ ਜਾਂਦਾ ਹੈ ਕਿ ਜਦੋਂ ਉਹ ਮੈਕਸਿਮਮ 60 ਦਿਨ ਕੀ ਨਾ ਰਿਹਾ ਹੋਵੇ, 60 ਦਿਨ ਪ੍ਰੈਜ਼ੈਂਟ ਨਾ ਰਿਹਾ ਹੋਵੇ ਕੰਟੀਨਿਊਸਲੀ ਵਿਦਆਊਟ ਇਨਫੋਰਮ ਕੀਤੇ ਹੋਏ। ਸੋ ਇਹ ਕੁਐਸਚਨ ਪਹਿਲਾਂ ਵੀ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਤਾਂ ਆਪਸ਼ਨ ਹੋਏਗਾ ਜੀ ਆਪਸ਼ਨ A is a right answer 60 days। ਦੇਖੋ ਕਿਸੇ ਨੂੰ ਵੀ ਮਿਨਿਸਟਰ ਬਣਾਇਆ ਜਾ ਸਕਦਾ ਹੈ, ਬੇਸ਼ੱਕ ਉਹ ਇਲੈਕਟਡ ਨਾ ਹੋਵੇ, ਬਟ ਉਸਨੇ ਵਿਦਿਨ 6 ਮੰਥ ਕੀ ਆਪਣੀ ਇਲੈਕਸ਼ਨ ਸ਼ੋ ਕਰਨੀਆਂ ਹੁੰਦੀ ਹੈ। ਕਿੰਨੇ ਮੰਥ? ਵਿਦਿਨ 6 ਮੰਥ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ। ਫਸਟਲੀ ਕੁਐਸਚਨ ਨੂੰ ਧਿਆਨ ਨਾਲ ਸਮਝਣਾ ਹੈ, ਦੈਨ ਕੁਐਸਚਨ ਦੀ ਡਿਮਾਂਡ ਸਮਝਣੀ ਹੈ, ਨੋਟ ਹੈ ਕਿ ਨੋਟ ਹੈ। ਠੀਕ ਹੈ ਜੀ। ਥਰਡ ਕੁਐਸਚਨ ਅੱਜ ਦੀ ਸੀਰੀਜ਼ ਦਾ ਕੁਐਸਚਨ ਕੀ ਹੈ ਕਹਿੰਦੇ which one of the following is not a collective privilege of membership of parliament।
ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਪ੍ਰਿਵਿਲੇਜ ਹੈ ਜੋ ਪਾਰਲੀਮੈਂਟ ਦੇ ਮੈਂਬਰ ਦੀ ਕਲੈਕਟਿਵ ਪ੍ਰਿਵਿਲੇਜ ਨਹੀਂ ਹੈ। ਸਭ ਤੋਂ ਪਹਿਲਾਂ ਪ੍ਰਿਵਿਲੇਜ ਹੁੰਦੀ ਕੀ ਹੈ? ਦੇਖੋ ਪ੍ਰਿਵਿਲੇਜ ਦੋ ਤਰੀਕੇ ਦੀ ਹੁੰਦੀ ਹੈ। ਪ੍ਰਿਵਿਲੇਜ ਹੁੰਦੀ ਕੀ ਹੈ? ਪ੍ਰਿਵਿਲੇਜ ਹੁੰਦਾ ਬੈਨੀਫਿਟ ਮਿਲਨੇ। ਸੋ ਪਾਰਲੀਮੈਂਟ ਪ੍ਰਿਵਿਲੇਜ ਦਾ ਮਤਲਬ ਕੀ ਹੈ ਕਿ ਪਾਰਲੀਮੈਂਟ ਦੇ ਮੈਂਬਰਸ ਨੂੰ ਕੁਝ ਬੈਨੀਫਿਟ ਦਿੱਤੇ ਜਾਂਦੇ ਨੇ, ਕੁਝ ਪ੍ਰਿਵਿਲੇजेस ਦਿੱਤੀਆਂ ਜਾਂਦੀਆਂ ਨੇ। ਜੋ ਕਿਸ ਆਰਟੀਕਲ ਦੇ ਅੰਡਰ ਦਿੱਤੀਆਂ ਜਾਂਦੀਆਂ ਨੇ? ਪਾਰਲੀਮੈਂਟ ਦੇ ਮੈਂਬਰਸ ਨੂੰ ਜੋ ਪਾਰਲੀਮੈਂਟ ਨੂੰ ਪ੍ਰਿਵਿਲੇजेस ਮਿਲਦੀਆਂ ਉਹ ਆਰਟੀਕਲ 105 ਦੇ ਅੰਡਰ ਮਿਲਦੀਆਂ। ਇਹ ਦੋ ਤਰੀਕੇ ਦੀਆਂ ਹੁੰਦੀਆਂ, ਇੱਕ ਹੁੰਦੀ ਹੈ ਜੀ ਸਾਡੀ ਇੰਡੀਵਿਜੂਅਲ ਪ੍ਰਿਵਿਲੇਜ ਤੇ ਦੂਸਰੀ ਹੁੰਦੀ ਹੈ ਸਾਡੀ ਕਲੈਕਟਿਵ ਪ੍ਰਿਵਿਲੇਜ। ਇੰਡੀਵਿਜੂਅਲ ਪ੍ਰਿਵਿਲੇਜ ਦਾ ਮਤਲਬ ਕੀ ਹੈ ਕਿ ਜੋ ਪਾਰਲੀਮੈਂਟ ਦੇ ਮੈਂਬਰ, ਦੇਖੋ ਪਹਿਲੀ ਗੱਲ ਜੋ ਪਾਰਲੀਮੈਂਟ ਦੇ ਪ੍ਰਿਵਿਲੇजेस ਹੈ ਉਹਨਾਂ ਨੂੰ ਇੰਜੋਏ ਕੌਣ ਕਰਦਾ, ਕਿੰਨੂੰ ਕਿੰਨੂੰ ਮਿਲਦੀ ਹੈ? ਦੋਨੋਂ ਹਾਊਸਿਸ ਦੇ ਮੈਂਬਰ ਆਫ ਪਾਰਲੀਮੈਂਟ ਮਤਲਬ ਲੋਕ ਸਭਾ ਦੇ ਮੈਂਬਰਸ ਨੂੰ, ਰਾਜ ਸਭਾ ਦੇ ਮੈਂਬਰਸ ਨੂੰ, ਤੇ ਇੱਕ ਤੀਸਰਾ ਮੈਂਬਰ ਹੈ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਇਜ਼ ਅ ਫਸਟ ਲਾਅ ਆਫਿਸਰ ਆਫ ਇੰਡੀਆ। ਨਾ ਤਾਂ ਉਹ ਗਵਰਨਮੈਂਟ EMPLOYE ਹੁੰਦਾ ਤੇ ਨਾ ਹੀ ਉਹ ਪਾਰਲੀਮੈਂਟ ਦਾ ਮੈਂਬਰ ਹੁੰਦਾ, ਬਟ ਉਹ ਪਾਰਲੀਮੈਂਟ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀ ਦੀਆਂ ਸਾਰੀਆਂ ਪ੍ਰਿਵਿਲੇजेस ਨੂੰ ਕੀ ਕਰਦਾ? ਇੰਜੋਏ ਕਰਦਾ। ਕੌਣ? ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਲੋਕ ਸਭਾ ਤੇ ਰਾਜ ਸਭਾ ਦੇ ਹਾਊਸਿਸ ਦੇ ਪ੍ਰੋਸੀਡਿੰਗ ਦੇ ਵਿੱਚ ਪਾਰਟਿਸਿਪੇਟ ਕਰਦਾ, ਉੱਥੇ ਸਪੀਚ ਵੀ ਦਿੰਦਾ, ਬਟ ਉੱਥੇ ਕਦੇ ਵੋਟ ਨਹੀਂ ਕਰਦਾ। ਤੇ ਉਹੀ ਬੰਦਾ ਹੈ ਜੋ ਪਾਰਲੀਮੈਂਟ ਦੇ ਮੈਂਬਰਸ ਤੋਂ ਬਿਨਾ ਇੱਕ ਬੰਦਾ ਹੈ ਕਿਹੜਾ? ਅਟਾਰਨੀ ਜਨਰਲ, ਜੋ ਦੋਨੋਂ ਜੋ ਪ੍ਰਿਵਿਲੇजेस ਨੂੰ ਅੰਡਰ ਆਰਟੀਕਲ 105 ਨੂੰ ਇੰਜੋਏ ਕਰਦਾ। ਹੁਣ ਸੈਕਿੰਡ ਗੱਲ ਆਪਾਂ ਕੀਤੀ ਕਿ ਪ੍ਰਿਵਿਲੇजेस ਦੋ ਤਰੀਕੇ ਦੀਆਂ ਹੁੰਦੀਆਂ, ਇੱਕ ਕਲੈਕਟਿਵ ਪ੍ਰਿਵਿਲੇजेस ਹੁੰਦੀਆਂ ਤੇ ਇੱਕ ਇੰਡੀਵਿਜੂਅਲ ਪ੍ਰਿਵਿਲੇजेस ਹੁੰਦੀਆਂ। ਇੰਡੀਵਿਜੂਅਲ ਪ੍ਰਿਵਿਲੇजेस ਦਾ ਮਤਲਬ ਕਿ ਉਹ ਪ੍ਰਿਵਿਲੇजेस ਜਿਹੜੇ ਸਾਡੇ ਮੈਂਬਰਸ ਨੇ ਉਹ ਆਪਣੇ ਬਿਹਾਫ ਦੇ ਉੱਤੇ ਇੰਡੀਵਿਜੂਅਲੀ ਇੰਜੋਏ ਕਰਦੇ ਨੇ, ਤੇ ਕਲੈਕਟਿਵਲੀ ਪ੍ਰਿਵਿਲੇजेस ਦਾ ਮਤਲਬ ਜੋ ਪੂਰਾ ਹਾਊਸ ਇਕੱਠਾ ਉਹਨਾਂ ਬੈਨੀਫਿਟਸ ਨੂੰ ਇੰਜੋਏ ਕਰਦਾ। ਹੁਣ ਕਿਹੜਾ ਕੀ ਪੁੱਛਿਆ ਗਿਆ ਹੈ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਕਲੈਕਟਿਵਲੀ ਪ੍ਰਿਵਿਲੇजेस ਨਹੀਂ ਹੈ? ਉਹ ਪ੍ਰਿਵਿਲੇਜ ਨਹੀਂ ਹੈ ਜਿਹੜਾ ਹਾਊਸ ਇਕੱਠਾ ਹੋ ਕੇ ਇੰਜੋਏ ਕਰਦਾ। ਪਹਿਲੀ ਪ੍ਰਿਵਿਲੇਜ ਹੈ ਕਹਿੰਦੇ ਫ੍ਰੀडम ਆਫ ਡਿਬੇਟਸ ਐਂਡ ਪ੍ਰੋਸੀਡਿੰਗਸ। ਜਦੋਂ ਤੁਸੀਂ ਪੜ੍ਹ ਲਿਆ ਨਾ ਪ੍ਰੋਸੀਡਿੰਗਸ ਤੇ ਡਿਬੇਟ, ਸਾਨੂੰ ਪਤਾ ਹੈ ਕਿ ਪ੍ਰੋਸੀਡਿੰਗ ਤੇ ਡਿਬੇਟ ਉਹ ਇਕੱਲਾ ਬੰਦਾ ਨਹੀਂ ਕਰਦਾ, ਪੂਰਾ ਹਾਊਸ ਹੀ ਡਿਬੇਟ ਜਾਂ ਪ੍ਰੋਸੀਡਿੰਗ ਕਰੇਗਾ। ਸੋ ਦੈਟਸ ਵਾਈ ਇਹ ਇੱਕ ਕੀ ਹੈ? ਕਲੈਕਟਿਵ ਪ੍ਰਿਵਿਲੇਜ ਹੈ। ਨੈਕਸਟ ਹੈ ਕਹਿੰਦੇ ਰਾਈਟ ਟੂ ਰੈਗੂਲੇਟ ਦ ਇੰਟਰਨਲ ਮੈਟਰਸ ਆਫ ਦ ਪਾਰਲੀਮੈਂਟ। ਕਹਿੰਦੇ ਪਾਰਲੀਮੈਂਟ ਦੇ ਇੰਟਰਨਲ ਮੈਟਰਸ, ਜਿਹੜੇ ਪਾਰਲੀਮੈਂਟ ਦੇ ਅੰਦਰਲੇ ਮੈਟਰਸ ਹੁੰਦੇ ਨੇ, ਉਹਨਾਂ ਨੂੰ ਰੈਗੂਲੇਟ ਕਰਨਾ ਕੀ ਇੱਕ ਬੰਦਾ ਰੈਗੂਲੇਟ ਕਰਦਾ ਹੈ? ਨਹੀਂ, ਪੂਰਾ ਹਾਊਸ ਰੈਗੂਲੇਟ ਕਰਦਾ ਹੈ। ਸੋ ਦੈਟਸ ਵਾਈ ਇਹ ਵੀ ਕੀ ਹੈ? ਇੱਕ ਕਲੈਕਟਿਵ ਪ੍ਰਿਵਿਲੇਜ ਹੈ। ਨੈਕਸਟ ਹੈ ਕਹਿੰਦੇ ਫ੍ਰੀडम ਫਰੋਮ ਅਟੈਂਡੈਂਸ ਐਜ਼ ਅ ਵਿਟਨੈਸ। ਕਹਿੰਦੇ ਜੇ ਕੋਈ ਪਾਰਲੀਮੈਂਟ ਦਾ ਕੋਈ ਮੈਂਬਰ ਜਾਂ ਅਟਾਰਨੀ ਜਨਰਲ ਇਹ ਚਾਹੇ ਕਿ ਮੈਂ ਕਿਸੇ ਦਾ ਵਿਟਨੈਸ ਬਣ ਕੇ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਬਿਕਾਜ਼ ਮੇਰੀ ਪ੍ਰੋਸੀਡਿੰਗ ਚੱਲ ਰਹੀ ਹੈ, ਠੀਕ ਹੈ, ਕੀ ਉਹਦੀ ਕਲੈਕਟਿਵ ਪ੍ਰਿਵਿਲੇਜ ਹੈ, ਉਹਦੀ ਆਜ਼ਾਦੀ ਹੈ, ਬੈਨੀਫਿਟ ਹੈ, ਜਾਂ ਫਿਰ ਉਹਦੀ ਇੰਡੀਵਿਜੂਅਲ? ਇਹ ਹੈ ਜੀ ਉਹਦੀ ਇੰਡੀਵਿਜੂਅਲ ਪ੍ਰਿਵਿਲੇਜ ਕਿ ਕੋਈ ਵੀ ਮੈਂਬਰ ਆਫ ਲੋਕ ਸਭਾ, ਰਾਜ ਸਭਾ ਜਾਂ ਅਟਾਰਨੀ ਜਨਰਲ ਅਗਰ ਚਾਹੇ ਕਿ ਮੈਂ ਕਿਸ ਕੋਰਟ ਦੇ ਵਿੱਚ ਵਿਟਨੈਸ ਬਣ ਕੇ ਨਹੀਂ ਜਾਣਾ ਚਾਹੁੰਦਾ ਤਾਂ ਉਹ ਉਸਦੀ ਕੀ ਹੈ? ਇੰਡੀਵਿਜੂਅਲ ਪ੍ਰਿਵਿਲੇਜ ਹੈ। ਇਸ ਤੋਂ ਇਲਾਵਾ ਇੰਡੀਵਿਜੂਅਲ ਪ੍ਰਿਵਿਲੇਜ ਹੋਰ ਕਿਹੜੀ ਹੁੰਦੀ ਹੈ? ਇੰਡੀਵਿਜੂਅਲ ਪ੍ਰਿਵਿਲੇਜ ਹੁੰਦੀ ਹੈ ਕਿ ਅਗਰ ਉਹਦੇ ਉੱਤੇ ਕੋਈ ਸਿਵਲ ਕੇਸ ਹੈ, ਪਾਰਲੀਮੈਂਟ ਦੇ ਮੈਂਬਰ ਜਾਂ ਅਟਾਰਨੀ ਜਨਰਲ ਦੇ ਉੱਤੇ ਅਗਰ ਕੋਈ ਸਿਵਲ ਕੇਸ ਹੈ ਤਾਂ ਉਸਨੂੰ ਡਿਊਰਿੰਗ, ਠੀਕ ਹੈ, ਡਿਊਰਿੰਗ ਪ੍ਰੋਸੀਡਿੰਗਸ ਐਂਡ 40 ਦਿਨ ਪਹਿਲਾਂ ਪ੍ਰੋਸੀਡਿੰਗ ਤੇ 40 ਦਿਨ ਬਾਅਦ ਪ੍ਰੋਸੀਡਿੰਗ ਉਸਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਇਹ ਵੀ ਉਸੇ ਕੀ ਹੈ? ਇੰਡੀਵਿਜੂਅਲ ਪ੍ਰਿਵਿਲੇਜ ਹੈ। ਸੋ ਆਪਸ਼ਨ ਸੀ ਇਜ਼ ਅ ਰਾਈਟ ਆਂਸਰ। ਡੀ ਕੀ ਹੈ ਜੀ? ਦ ਪ੍ਰਿਵਿਲੇजेस ਆਫ ਐਕਸਕਲੂਡਿੰਗ ਸਟ੍ਰੇਂਜਰ ਫਰਮ ਹਾਊਸ। ਕਹਿੰਦੇ ਸਟ੍ਰੇਂਜਰਸ ਨੂੰ ਹਾਊਸ ਤੋਂ ਪਾਸੇ ਰੱਖਣਾ, ਸਾਈਡ ਤੇ ਰੱਖਣਾ, ਕਿ ਉਹ ਇੱਕ ਬੰਦੇ ਦੀ ਪ੍ਰਿਵਿਲੇਜ ਹੈ? ਨਹੀਂ, ਉਹ ਵੀ ਕੀ ਹੈ? ਇੱਕ ਕਲੈਕਟਿਵ ਪ੍ਰਿਵਿਲੇਜ ਹੈ। ਸੋ ਆਪਸ਼ਨ ਸੀ ਇਜ਼ ਅ ਰਾਈਟ ਆਂਸਰ। ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਿਵਿਲੇजेस ਕਿੰਨੇ ਤਰੀਕੇ ਦੀਆਂ, ਕਿਸ ਆਰਟੀਕਲ ਦੇ ਅੰਡਰ ਆਉਂਦੀ ਹੈ ਤੇ ਕਿਹੜੀ ਕਲੈਕਟਿਵ ਪ੍ਰਿਵਿਲੇजेस ਹੈ ਤੇ ਕਿਹੜੀ ਇੰਡੀਵਿਜੂਅਲ ਪ੍ਰਿਵਿਲੇਜ ਹੈ। ਨੈਕਸਟ ਕੁਐਸਚਨ ਕੀ ਹੈ? ਫਸਟਲੀ ਕੁਐਸਚਨ ਦੀ ਡਿਮਾਂਡ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਆਫਟਰ ਦੈਟ ਕੁਐਸਚਨ ਨੂੰ ਪੜ੍ਹਨ ਤੋਂ ਬਾਅਦ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੁਐਸਚਨ ਕੀ ਹੈ? ਕਹਿੰਦੇ the speaker can ask a member of house to stop speaking and let another member speak। ਕਹਿੰਦੇ this phenomena is known as। ਕੁਐਸਚਨ ਕੀ ਪੁੱਛਿਆ ਗਿਆ? ਕਹਿੰਦੇ ਜਿਹੜਾ ਸਾਡਾ ਲੋਕ ਸਭਾ ਦਾ ਪ੍ਰੈਸਾਈਡਿੰਗ ਆਫੀਸਰ ਹੁੰਦਾ ਹੈ that is speaker of ਲੋਕ ਸਭਾ,
ਕਹਿੰਦੇ ਲੋਕ ਸਭਾ ਦਾ ਸਪੀਕਰ ਜਦੋਂ ਇੱਕ ਮੈਂਬਰ ਨੂੰ ਬੋਲਣ ਤੋਂ ਰੋਕ ਦੇਵੇ ਤੇ ਕਹੇ ਕਿ ਦੂਸਰੇ ਮੈਂਬਰ ਨੂੰ ਬੋਲਣ ਦਾ ਮੌਕਾ ਦੇਵੋ ਤਾਂ ਉਸ ਫਿਨੋਮੀਨਾ ਨੂੰ, ਉਸ ਪ੍ਰੋਸੀਜਰ ਨੂੰ ਕੀ ਕਿਹਾ ਜਾਂਦਾ ਹੈ? ਕੀ ਇਸ ਨੂੰ ਡੈਕੋਰਮ ਕਿਹਾ ਜਾਂਦਾ ਹੈ, ਕ੍ਰਾਸਿੰਗ ਦਾ ਫਲੋਰ ਕਿਹਾ ਜਾਂਦਾ ਹੈ, ਇੰਟਰਪਲੇਸ਼ਨ ਕਿਹਾ ਜਾਂਦਾ ਹੈ ਜਾਂ ਯੀਲਡਿੰਗ ਦਾ ਫਲੋਰ ਕਿਹਾ ਜਾਂਦਾ ਹੈ? ਦੇਖੋ ਡੈਕੋਰਮ ਮੇਨਟੇਨ ਕਰਨ ਦੀ ਰਿਸਪੌਂਸਿਬਿਲਟੀ ਕਿਸ ਦੀ ਹੁੰਦੀ ਹੈ? ਸਪੀਕਰ ਦੀ ਹੀ ਹੁੰਦੀ ਹੈ। ਡੈਕੋਰਮ ਦਾ ਮਤਲਬ ਕੀ ਹੈ ਕਿ ਹਾਊਸ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ। ਸੋ ਡੈਕੋਰਮ ਦਾ ਇਹ ਮਤਲਬ ਨਹੀਂ ਹੈ ਕਿ ਇੱਕ ਮੈਂਬਰ ਨੂੰ ਹਟਾ ਕੇ ਬੋਲਣੋ, ਦੂਸਰੇ ਮੈਂਬਰ ਨੂੰ ਮੌਕਾ ਦੇਣਾ। ਇਸ ਫਿਨੋਮੀਨਾ ਨੂੰ ਜਾਂ ਇਸ ਪ੍ਰੋਸੀਜਰ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਡੀ, ਯੀਲਡਿੰਗ ਦਾ ਫਲੋਰ। ਠੀਕ ਹੈ ਜੀ, ਇਸ ਨੂੰ ਕਿਹਾ ਜਾਂਦਾ ਹੈ ਯੀਲਡਿੰਗ ਦਾ ਫਲੋਰ। ਹੁਣ ਜੋ ਸਪੀਕਰ ਹੈ ਇਹ ਸਾਡੇ ਲੋਕ ਸਭਾ ਦਾ ਪ੍ਰੈਸਾਈਡਿੰਗ ਆਫੀਸਰ ਹੁੰਦਾ ਹੈ। ਇਸ ਨੂੰ ਕੀ ਕੀਤਾ ਜਾਂਦਾ ਹੈ? ਲੋਕ ਸਭਾ ਦੇ ਮੈਂਬਰਾਂ ਦੇ ਵਿੱਚੋਂ ਕੀ ਕੀਤਾ ਜਾਂਦਾ ਹੈ? ਚੁਣਿਆ ਜਾਂਦਾ ਹੈ। ਇੱਕ ਪ੍ਰੋ ਟਰਮ ਸਪੀਕਰ ਵੀ ਹੁੰਦਾ ਹੈ। ਠੀਕ ਹੈ ਜੀ, ਪ੍ਰੋ ਟਰਮ ਸਪੀਕਰ ਹੁੰਦਾ ਹੈ ਕਿ ਜੋ ਸਪੀਕਰ ਨੂੰ ਚੁਣਦਾ ਹੈ ਤੇ ਬਾਕੀ ਮੈਂਬਰਸ ਦੀ ਸਹੁੰ ਚੁਕਾਉਂਦਾ ਹੈ, ਉਹ ਹੈ ਜੀ ਸਾਡਾ ਪ੍ਰੋ ਟਰਮ ਸਪੀਕਰ। ਸਪੀਕਰ ਦੀ ਰਿਸਪੌਂਸਿਬਿਲਟੀ ਕੀ ਹੁੰਦਾ ਹੈ? ਇੱਕ ਤਾਂ ਹੁੰਦਾ ਜੀ ਉਹ ਡੈਕੋਰਮ ਮੇਨਟੇਨ ਕਰਕੇ ਰੱਖਦਾ ਹੈ, ਕੁਆਰਮ ਮੇਨਟੇਨ ਕਰਦਾ ਹੈ ਕਿ ਅਗਰ ਕਿਸੇ ਹਾਊਸ ਦਾ 1/10 ਪਾਰਟ ਲੋਕ ਪ੍ਰੈਜ਼ੈਂਟ ਨਹੀਂ ਹੈਗੇ ਤਾਂ ਕੋਈ ਵੀ ਬਿੱਲ ਉੱਥੋਂ ਪਾਸ ਨਹੀਂ ਕੀਤਾ ਜਾ ਸਕਦਾ, ਕੋਈ ਪ੍ਰੋਸੀਡਿੰਗ ਨਹੀਂ ਚਲਾਈ ਜਾ ਸਕਦੀ। ਇਸ ਤੋਂ ਇਲਾਵਾ ਜਿਹੜਾ ਸਟੇਟਮੈਂਟ ਹੁੰਦੀ ਹੈ, ਫਾਈਨਲ ਸਟੇਟਮੈਂਟ ਹੁੰਦੀ ਹੈ ਮਨੀ ਬਿੱਲ ਦੇ ਉੱਤੇ, ਉਹ ਕਿਸ ਦੀ ਮੰਨੀ ਜਾਂਦੀ ਹੈ? ਲੋਕ ਸਭਾ ਦੇ ਸਪੀਕਰ ਦੀ ਹੀ ਮੰਨੀ ਜਾਂਦੀ ਹੈ, ਫਾਈਨਲ ਸਟੇਟਮੈਂਟ ਔਨ ਮਨੀ ਬਿੱਲ। ਇਸ ਤੋਂ ਇਲਾਵਾ ਜੋ ਜੁਆਇੰਟ ਸੀਟਿੰਗ ਹੁੰਦੀ ਹੈ, ਜੁਆਇੰਟ ਸੀਟਿੰਗ ਹੁੰਦੀ ਹੈ ਆਰਟੀਕਲ 108 ਦੇ ਅੰਡਰ, ਉਸ ਨੂੰ ਵੀ ਕੌਣ ਪ੍ਰਸਾਈਡ ਕਰਦਾ ਹੈ? ਉਸ ਨੂੰ ਵੀ ਪ੍ਰਸਾਈਡ ਕੀਤਾ ਜਾਂਦਾ ਹੈ ਲੋਕ ਸਭਾ ਦੇ ਸਪੀਕਰ ਵੱਲੋਂ। ਹੁਣ ਮੇਰਾ ਕੁਐਸਚਨ ਤੁਹਾਨੂੰ ਇਹ ਹੈ, ਹੂ ਵਾਜ਼ ਦਾ ਫਸਟ ਲੋਕ ਸਭਾ ਸਪੀਕਰ? ਪਹਿਲੇ ਲੋਕ ਸਭਾ ਦੇ ਸਪੀਕਰ ਕੌਣ ਸਨ? ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ, ਤੁਸੀਂ ਮੈਨੂੰ ਕਮੈਂਟ ਬਾਕਸ 'ਤੇ ਦੱਸੋਗੇ ਹੂ ਵਾਜ਼ ਦਾ ਫਸਟ ਲੋਕ ਸਭਾ ਸਪੀਕਰ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਵਟ ਕੁਡ ਬੀ ਦਾ ਮੈਕਸਿਮਮ ਟਾਈਮ ਲਿਮਿਟ ਆਫ 0 ਆਰ ਇਨ ਲੋਕ ਸਭਾ? ਕਹਿੰਦੇ ਲੋਕ ਸਭਾ ਦੇ ਵਿੱਚ ਡਿਫਰੈਂਟ ਆਰਸ ਹੁੰਦੇ ਨੇ, ਤੁਸੀਂ ਸੁਣੇ ਹੋਣਗੇ। ਕੁਐਸਚਨ ਆਰ ਹੁੰਦਾ ਹੈ, 0 ਆਰ ਹੁੰਦਾ ਹੈ। ਪੁੱਛਿਆ ਗਿਆ ਕਿ 0 ਆਰ ਨੂੰ ਮੈਕਸਿਮਮ ਕਿੰਨਾ ਸਮਾਂ ਦਿੱਤਾ ਜਾਂਦਾ ਹੈ? ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀ ਪ੍ਰੋਸੀਡਿੰਗ ਸਟਾਰਟ ਹੁੰਦੀ ਹੈ 11 ਵਜੇ ਤੋਂ, 11 ਤੋਂ 12, 12 ਤੋਂ 1 ਤੇ 1 ਤੋਂ 2, ਦੈਨ 2 ਤੋਂ 3 ਤੇ 3 ਤੋਂ 4। ਠੀਕ ਹੈ ਜੀ, ਸਭ ਨੂੰ ਪਤਾ ਹੋਣਾ ਚਾਹੀਦਾ ਕਿ 11 ਤੋਂ 12 ਫਸਟ ਜਿਹੜਾ ਆਰ ਹੁੰਦਾ ਉਹ ਕਿਹੜਾ ਆਰ ਹੁੰਦਾ? ਉਸ ਨੂੰ ਕਿਹਾ ਜਾਂਦਾ ਹੈ ਜੀ ਕੁਐਸਚਨ ਆਰ। 12 ਤੋਂ 1 ਵਜੇ ਦਾ ਜਿਹੜਾ ਟਾਈਮ ਹੁੰਦਾ ਉਸ ਆਰ ਨੂੰ ਕੀ ਕਿਹਾ ਜਾਂਦਾ ਹੈ? 0 ਆਰ ਕਿਹਾ ਜਾਂਦਾ ਹੈ। ਤੇ 12, 1 ਤੋਂ 2 ਕੀ ਹੁੰਦਾ? ਸਾਡਾ ਲੰਚ ਟਾਈਮ ਹੁੰਦਾ ਲੋਕ ਸਭਾ ਦਾ। ਸੋ ਕੁਐਸਚਨ ਕੀ ਪੁੱਛਿਆ ਗਿਆ ਕਿ ਮੈਕਸਿਮਮ ਲਿਮਿਟ ਕਿੰਨੀ ਹੁੰਦੀ ਹੈ 0 ਆਰ ਦੀ? ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਮੈਕਸਿਮਮ ਲਿਮਿਟ ਹੁੰਦੀ ਹੈ ਜੀ 1 ਆਰ। ਹੁੰਦੇ ਆਰ ਕੀ ਹੁੰਦੇ ਨੇ? ਸਭ ਤੋਂ ਪਹਿਲਾਂ 0 ਆਰ ਦਾ ਪਤਾ ਹੋਣਾ ਚਾਹੀਦਾ ਹੈ ਕਿ 0 ਆਰ ਕਿਸ ਦੀ ਇਨਵੈਂਸ਼ਨ ਹੈ ਜੀ? 0 ਆਰ ਸਾਡੀ ਇੰਡੀਆ ਦੀ ਹੀ ਇਨਵੈਂਸ਼ਨ ਹੈ ਕਿ ਇੰਡੀਆ ਦੇ ਵਿੱਚ ਦੀ ਲੋਕ ਸਭਾ ਪ੍ਰੋਸੀਡਿੰਗ ਦੇ ਵਿੱਚ ਕੋਈ 0 ਆਰ ਰੱਖਿਆ ਜਾਏਗਾ। ਪਹਿਲਾ ਆਰ ਰੱਖਿਆ ਜਾਂਦਾ ਹੈ ਜੀ ਕੁਐਸਚਨ ਆਰ। ਕੁਐਸਚਨ ਆਰ ਦੇ ਵਿੱਚ 3 ਤਰੀਕੇ ਦੇ ਕੁਐਸਚਨਸ ਕੀਤੇ ਜਾਂਦੇ ਨੇ ਮਿਨਿਸਟਰਸ ਨੂੰ, ਮੰਤਰੀਆਂ ਨੂੰ। ਉਹਨਾਂ ਕੁਐਸਚਨਸ ਨੂੰ ਕੀ ਕਿਹਾ ਜਾਂਦਾ ਹੈ? ਸਟਾਰਟਡ ਕੁਐਸਚਨਸ, ਅਨਸਟਾਰਟਡ ਕੁਐਸਚਨ ਤੇ ਤੀਸਰੇ ਹੁੰਦੇ ਨੇ ਸ਼ਾਰਟ ਨੋਟਿਸ ਕੁਐਸਚਨਸ। ਠੀਕ ਹੈ ਜੀ, 3 ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ, ਸਟਾਰਟਡ ਕੁਐਸਚਨ, ਅਨਸਟਾਰਟਡ ਕੁਐਸਚਨ ਤੇ ਸ਼ਾਰਟ ਨੋਟਿਸ ਕੁਐਸਚਨਸ। ਕੀ ਹੁੰਦੇ ਨੇ ਤੁਸੀਂ ਡਿਫਾਈਨ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਸਟਾਰਟਡ ਕੁਐਸਚਨਸ ਕਿਹੜੇ ਨੇ, ਅਨਸਟਾਰਟਡ ਕੁਐਸਚਨਸ ਕਿਹੜੇ ਨੇ। ਠੀਕ ਹੈ ਜੀ, ਦੇਖੋ ਸਟਾਰਟਡ ਕੁਐਸਚਨਸ ਨੇ ਜਿਨ੍ਹਾਂ ਦੇ ਵਿੱਚ ਔਰਲ ਆਨਸਰ ਦੇਣਾ ਹੁੰਦਾ ਹੈ ਤੇ ਇਸ ਦੇ ਵਿੱਚ ਜਿਹੜੇ ਸਪਲੀਮੈਂਟਰੀ ਕੁਐਸਚਨਸ ਨੇ, ਠੀਕ ਹੈ, ਉਹ ਪੁੱਛੇ ਜਾ ਸਕਦੇ ਨੇ। ਅਨਸਟਾਰਟਡ ਕੁਐਸਚਨਸ ਦੇ ਵਿੱਚ ਰਿਟਨ ਆਨਸਰ ਦੇਣਾ ਹੁੰਦਾ ਹੈ। ਠੀਕ ਹੈ ਜੀ, ਸੋ ਇਹ ਆਪਾਂ ਸਾਰਾ ਥਿਊਰੀ ਦੇ ਵਿੱਚ ਕਰ ਚੁੱਕੇ ਆ। ਫਿਰ ਹੁੰਦਾ ਜੀ ਦੇਖੋ ਇਹ ਕੁਐਸਚਨ ਜਿਹੜੇ ਆਰ ਹੁੰਦੇ ਨੇ, ਇਹਨਾਂ ਆਰਸ ਦੇ ਵਿੱਚ ਮਿਨਿਸਟਰਸ ਨੂੰ ਉਹਨਾਂ ਦੇ ਵੱਲੋਂ ਜਿਹੜੇ ਕੁਐਸਚਨਸ ਪੁੱਛੇ ਜਾਣੇ ਨੇ ਉਹ ਪਹਿਲਾਂ ਹੀ ਦੱਸ ਦਿੱਤੇ ਜਾਂਦੇ ਨੇ ਕਿ ਇਹ ਕੁਐਸਚਨਸ ਤੁਹਾਡੇ ਤੋਂ ਪੁੱਛੇ ਜਾਣਗੇ। ਔਨ ਦਾ ਅਦਰ ਹੈਂਡ ਅਗਰ ਗੱਲ ਕਰੀਏ ਤਾਂ 0 ਆਰ ਦੀ, ਤਾਂ 0 ਆਰ ਦੇ ਵਿੱਚ ਮਿਨਿਸਟਰਸ ਨੂੰ ਕੋਈ ਵੀ ਰੈਂਡਮ ਕੁਐਸਚਨਸ ਪੁੱਛੇ ਜਾ ਸਕਦੇ ਨੇ। ਸੋ ਬੈਸਟ ਕਿਹੜਾ ਕੁਐਸਚਨ ਆਰ ਕਿ 0 ਆਰ? ਤਾਂ ਬੈਸਟ ਮੰਨਿਆ ਜਾਏਗਾ 0 ਆਰ, ਕਿਉਂਕਿ ਜਿਨ੍ਹਾਂ ਕੁਐਸਚਨਸ ਬਾਰੇ ਮਿਨਿਸਟਰਸ ਨੂੰ ਪਹਿਲਾਂ ਹੀ ਪਤਾ ਹੋਏਗਾ ਕੁਐਸਚਨ ਆਰ ਦੇ ਵਿੱਚ, ਤਾਂ ਉਹ ਆਪਣਾ ਆਨਸਰ ਪ੍ਰਪੇਅਰ ਕਰਕੇ ਆ ਸਕਦੇ ਨੇ।
ऑन द अदर हैंड 0 आर ਦੇ ਵਿੱਚ ਜਿਹੜੀ ਕੁਐਸਚਨ ਪੁੱਛੇ ਜਾਂਦੇ ਨੇ ਉਹ ਇਨਸਟੈਂਟ ਕੁਐਸਚਨ ਪੁੱਛੇ ਜਾਂਦੇ ਨੇ ਸੋ ਉਹ ਕੁਐਸਚਨਸ ਬੈਟਰ ਨੇ ਉਹ ਆਰ ਬੈਟਰ ਹੈ ਬਿਕਾਜ਼ ਉਹਨਾਂ ਕੁਐਸਚਨਸ ਤੋਂ ਹੀ ਮਿਨਿਸਟਰਸ ਦੇ ਕੈਲੀਬਰ ਜਾਂ ਫਿਰ ਉਸਦੇ ਪਾਲਿਸੀ ਮੇਕਰ ਆਈਡੀਆ ਲਗਾਇਆ ਜਾ ਸਕਦਾ ਹੈ ਕਿ ਇਹਦੇ ਵਿੱਚ ਇਸ ਮਿਨਿਸਟਰ ਦੇ ਵਿੱਚ ਪਾਲਿਸੀ ਮੇਕ ਕਰਨ ਦਾ ਕਿੰਨਾ ਕੁ ਕੈਲੀਬਰ ਹੈ ਕਿੰਨੇ ਕੁ ਅੱਛੇ ਤਰੀਕੇ ਦੇ ਨਾਲ ਇਹ ਸਿਚੁਏਸ਼ਨਸ ਨੂੰ ਹੈਂਡਲ ਕਰ ਸਕਦਾ ਹੈ ਹੋਪਫੁਲੀ ਕਲੀਅਰ ਹੋਇਆ ਹੋਏਗਾ ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ ਕਹਿੰਦੇ ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਦੇਖੋ ਤੁਹਾਨੂੰ ਮਨੀ ਬਿੱਲ ਦੇ ਰਿਗਾਰਡਿੰਗ डिफरेंट स्टेटमेंट दित्तियां गईयां ते पुछया गया कि केड़ी स्टेटमेंट बिल्कुल सही है सब नूं पता होना चाहिए कि मनी बिल दा आर्टिकल केड़ा हुंदा है मनी बिल दा आर्टिकल है जी आर्टिकल 110 इस दे विच पूरी डेफिनेशन दित्ती गई है कि मनी बिल हुंदा की है कुछ टर्म्स दित्तियां गईयां पॉइंट्स दित्तियां गईयां ने जिस दे विच दस्सिया गया कि मनी बिल हुंदा की है अगर पुछया जावे किसी कि अपना बजट किस आर्टिकल दे अंडर आंदा है जिसनों की कहा जाता है एनुअल फाइनेंशियल स्टेटमेंट ये अंडर आर्टिकल अगर सेंटर की गल करिए तो आर्टिकल 112 दे अंडर आंदा है अगर बजट जब फाइनेंशियल एनुअल फाइनेंशियल स्टेटमेंट की गल करिए स्टेट लैवल के उत्ते तो आर्टिकल 202 दे अंडर आंदा है हुण आपां गल कर रहे हैं मनी बिल की मनी बिल के रिगार्डिंग क्वेश्चंस पूछे गए ने पहली स्टेटमेंट है कहते मनी बिल इज इंट्रोड्यूस इन राज्य सभा देखो पैसे वाला सिस्टम उन्हां बंदियां नूं आपां किवें दे सकदे आ जो साडी डायरैक्ट इलैक्शनस दे द्वारा नहीं चुने गए जो साडे लोकां दे द्वारा डायरैक्ट नहीं चुने गए तां इंडिया दा पैसा असीं उन्हां दे हत्थां दे विच किवें शुरुआत कर सकदे हां सो पहली स्टेटमेंट बिल्कुल गलत है नैक्सट है कहंदे मनी बिल कैन बी इंट्रोड्यूस्ड इन ईदर हाउस ऑफ 2 हाउसेस ऑफ पार्लीमेंट कहते जिहड़ा मनी बिल है वो दोनों हाउसिस दे विच किसी एक हाउस दे विच इंट्रोड्यूस किया जा सकता है चाहे वो लोक सभा चाहे वो राज्य सभा ये तो तुहानूं पता ही लग गया होगा स्टेटमेंट गलत है क्योंकि जो चीज़ मैं पहले स्टेटमेंट दे विच दसी है दूसरी स्टेटमेंट दे विच उही लाई करती है तो नैक्सट है कहते मनी बिल कैन नॉट बी इंट्रोड्यूस इन लोक सभा कहते लोक सभा च इंट्रोड्यूस नहीं कर सकते पहला मैं कहता राज्य सभा च इंट्रोड्यूस नहीं कर सकते फिर मैं कहता लोक सभा दे विच भी इंट्रोड्यूस नहीं कर सकते तो फिर इंट्रोड्यूस कित्थे करते हैं तो ये भी स्टेटमेंट बिल्कुल गलत है तो पता होना चाहिए कि मनी बिल सिर्फ ते सिर्फ लोक सभा दे विच ही इंट्रोड्यूस किया जाता है ऑन द प्रायर रिकमेंडेशन ऑफ प्रेसिडेंट ठीक है जी ये चीज़ां इंपॉर्टेंट ने एग्जाम पॉइंट ऑफ व्यू नाल सो नैक्सट क्वेश्चन है क्वेश्चन की पूछा गया है फर्स्टली क्वेश्चन की डिमांड देखनी है फिर क्वेश्चन का आंसर करना है क्वेश्चन की डिमांड की है कहते अंडर विच आर्टिकल ऑफ द इंडियन कॉन्स्टिट्यूशन द पार्लियामेंट कैन मेक लॉज ऑन स्टेट लिस्ट सब्जेक्ट फॉर गिविंग अफेक्ट टू इंटरनेशनल एग्रीमेंट कहते अगर स्टेट दे रिगार्डिंग या स्टेट दे बिहाफ दे उत्ते कोई इंटरनेशनल ट्रीटी साइन करनी है या कोई एग्रीमेंट करना है तो उसके उत्ते लॉ बनाएगी सेंटर तो कहते हो किस आर्टिकल दे अंडर सेंटर लॉ बना सकती है बहुत ही इजी तो बहुत इंपॉर्टेंट क्वेश्चन है आर्टिकल 253 ऑप्शन डी इज अ राइट आंसर किस आर्टिकल दे अंडर बना सकती है आर्टिकल 253 दे अंडर बना सकती है नैक्सट क्वेश्चन दे मूव करते हैं जी सो ये क्वेश्चंस तुहानूं पता होने चाहिए ने कि किस आर्टिकल के अंडर की हुंदा है किस आर्टिकल के अंडर नैशनल एमरजेंसी प्रेसिडेंट रूल फाइनेंशियल एमरजेंसी कंट्रोलर ऑडिटर जनरल अटॉर्नी जनरल कितना आर्टिकल्स के अंडर चीज़ां इंपॉर्टेंट आंदियां सो सारे दे सारे आर्टिकल्स इंपॉर्टेंट है नैक्सट फिर तो मनी बिल के रिगार्डिंग क्वेश्चन पूछा गया है क्वेश्चन पढ़ना है फिर डिमांड समझनी है फिर आंसर करना है क्वेश्चन की है कि the money bill passed by Lok Sabha is deemed to have been passed by Rajya Sabha also when no action is taken by Rajya Sabha within कहते क्वेश्चन की है कहते जेड़ा मनी बिल है वो लोक सभा दे विचों पास किया जाता है is have to been passed by Rajya Sabha also when no action is taken कहते जेड़ा मनी बिल है जो लोक सभा दे विचों पास किया जाता है तो उन्होंने ये भी कह दिता जाता है कि राज्य सभा दे विचों भी पास हो गया है जेकर राज्य सभा उसदे उत्ते मैक्सिमम विदिन किन्ने दिनां दे विच डिसीजन कोई नहीं लैंदी सब तो पहला पता होना चाहिए कि मनी बिल का आर्टिकल है जी 110 यह लोक सभा दे विच इंट्रोड्यूस किया जाता है ऑन द प्रायर रिकमेंडेशन ऑफ प्रेसिडेंट दी उत्ते फिर इसनूं लोक सभा दे विचों पास करवाया जाता है स्पैशल मैजोरिटी दे नाल
ਫਿਰ ਇਸ ਨੂੰ ਭੇਜਿਆ ਜਾਂਦਾ ਹੈ ਰਾਜ ਸਭਾ ਦੇ ਵਿੱਚ। ਅਗਰ ਰਾਜ ਸਭਾ ਵਿਦਿਨ 14 ਡੇਜ਼ ਇਸ ਬਿੱਲ ਦੇ ਉੱਤੇ ਕੋਈ ਡਿਸੀਜਨ ਨਹੀਂ ਲੈਂਦੀ ਤਾਂ ਇਸ ਨੂੰ ਮੰਨਿਆ ਜਾਂਦਾ ਹੈ ਕਿ ਲੋਕ ਸਭਾ ਦੇ ਨਾਲ ਇਹ ਰਾਜ ਸਭਾ ਦੇ ਵਿੱਚੋਂ ਵੀ ਬਿੱਲ ਪਾਸ ਹੋ ਚੁੱਕਿਆ ਹੈ। ਸੋ ਰਾਜ ਸਭਾ ਦੇ ਕੋਲ ਇਸ ਦੇ ਰਿਗਾਰਡਿੰਗ ਕੋਈ ਖਾਸ ਪਾਵਰ ਨਹੀਂ ਹੁੰਦੀ, ਬਸ ਇਹ ਇਸ ਬਿੱਲ ਨੂੰ ਮੈਕਸਿਮਮ 14 ਡੇਜ਼ ਹੋਲਡ ਕਰਕੇ ਰੱਖ ਸਕਦੀ ਹੈ, ਨਥਿੰਗ ਐਲਸ। ਠੀਕ ਹੈ ਜੀ, ਹੋਰ ਕੋਈ ਖਾਸ ਪਾਵਰ ਨਹੀਂ ਹੁੰਦੀ ਰਾਜ ਸਭਾ ਕੋਲ ਰਿਗਾਰਡਿੰਗ ਮਨੀ ਬਿੱਲ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ the authorization for withdrawal of funds from the consolidated fund of India must come from। ਕਹਿੰਦੇ ਜੇ ਅਸੀਂ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚੋਂ ਅਗਰ ਪੈਸਾ ਕਢਵਾਉਣਾ ਹੈ ਤਾਂ ਸਾਨੂੰ ਕਿਸ ਦੀ ਇਜਾਜ਼ਤ ਦੇ ਨਾਲ ਕਢਵਾਉਣਾ ਪਏਗਾ। ਸਾਨੂੰ ਪਤਾ ਹੈ ਕਿ ਸਾਡੇ ਕੋਲ 3 ਤਰੀਕੇ ਦੇ ਬਿੱਲ ਹੁੰਦੇ ਨੇ। ਕਿਹੜੇ ਕਿਹੜੇ ਬਿੱਲ ਹੁੰਦੇ ਨੇ? ਕੰਸੋਲੀਡੇਟ ਫੰਡ ਆਫ ਇੰਡੀਆ, ਕੰਟੀਜੈਂਸੀ ਫੰਡ ਆਫ ਇੰਡੀਆ ਤੇ ਪਬਲਿਕ ਅਕਾਊਂਟ। 3 ਤਰੀਕੇ ਦੇ ਬਿੱਲ ਹੁੰਦੇ ਨੇ, ਕੰਸੋਲੀਡੇਟ ਫੰਡ ਆਫ ਇੰਡੀਆ, ਕੰਟੀਜੈਂਸੀ ਫੰਡ ਆਫ ਇੰਡੀਆ ਤੇ ਪਬਲਿਕ ਅਕਾਊਂਟ। ਕੰਸੋਲੀਡੇਟ ਫੰਡ ਆਫ ਇੰਡੀਆ ਅੰਡਰ ਆਰਟੀਕਲ 266 ਹੁੰਦਾ ਹੈ ਜੀ। ਪਬਲਿਕ ਅਕਾਊਂਟ ਤੇ ਕੰਟੀਜੈਂਸੀ ਫੰਡ 267। ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਇੱਕ ਪਬਲਿਕ ਅਕਾਊਂਟ ਆਈ ਥਿੰਕ ਸੋ 266 ਤੇ ਕੰਟੀਜੈਂਸੀ ਫੰਡ ਆਫ 267। ਇਹਨਾਂ ਦੇ ਵਿੱਚ ਥੋੜੀ ਕਨਫਿਊਜ਼ਨ ਹੈ, ਦੇਖ ਲਿਓ, ਬਟ ਕੰਸੋਲੀਡੇਟ ਫੰਡ ਆਫ ਇੰਡੀਆ ਆਰਟੀਕਲ 266 ਦੇ ਅੰਡਰ ਹੁੰਦਾ ਹੈ। ਕੰਸੋਲੀਡੇਟ ਫੰਡ ਆਫ ਇੰਡੀਆ 2 ਤਰੀਕੇ ਦਾ ਹੁੰਦਾ ਹੈ, ਇੱਕ ਤਾਂ ਹੁੰਦਾ ਚਾਰਜ ਔਨ ਕੰਸੋਲੀਡੇਟ ਫੰਡ ਆਫ ਇੰਡੀਆ ਐਂਡ ਸੈਕੰਡ ਇਜ਼ ਮੇਡ ਫਰਮ ਕੰਸੋਲੀਡੇਟ ਫੰਡ ਆਫ ਇੰਡੀਆ। ਚਾਰਜ ਔਨ ਕੰਸੋਲੀਡੇਟ ਫੰਡ ਆਫ ਇੰਡੀਆ ਉਹ ਫੰਡ ਹੈ ਜਿਸ ਦੇ ਉੱਤੇ ਵੋਟ ਨਹੀਂ ਕੀਤੀ ਜਾਂਦੀ, ਤੇ ਮੇਡ ਫਰਮ ਕੰਸੋਲੀਡੇਟ ਫੰਡ ਆਫ ਇੰਡੀਆ ਉਹ ਫੰਡ ਹੁੰਦਾ ਹੈ ਜਿਸ ਦੇ ਉੱਤੇ ਵੋਟ ਕੀਤੀ ਜਾਂਦੀ ਹੈ। ਤਾਂ ਕੁਐਸਚਨ ਪੁੱਛਿਆ ਗਿਆ ਹੈ ਕਿ ਜੇਕਰ ਅਸੀਂ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਦੇਖੋ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚ ਉਹਨਾਂ ਟਾਈਮ ਪੈਸਾ ਨਹੀਂ ਕਢਵਾਇਆ ਜਾ ਸਕਦਾ ਜਿੰਨਾ ਟਾਈਮ ਐਪਰੋਪ੍ਰੀਏਸ਼ਨ ਬਿੱਲ ਪਾਸ ਨਹੀਂ ਹੁੰਦਾ। ਤਾਂ ਕੁਐਸਚਨ ਕੀ ਪੁੱਛਿਆ ਗਿਆ ਕਿ ਕਿਸ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚੋਂ ਪੈਸਾ ਨਹੀਂ ਕਢਵਾ ਸਕਦੇ। ਤਾਂ ਆਨਸਰ ਹੋਏਗਾ ਆਪਸ਼ਨ ਬੀ, ਦ ਪਾਰਲੀਮੈਂਟ ਆਫ ਇੰਡੀਆ। ਪਾਰਲੀਮੈਂਟ ਆਫ ਇੰਡੀਆ ਪਹਿਲਾਂ ਇੱਕ ਐਪਰੋਪ੍ਰੀਏਸ਼ਨ ਬਿੱਲ ਪਾਸ ਕਰੇਗੀ, ਉਸ ਤੋਂ ਬਾਅਦ ਹੀ ਅਸੀਂ ਕੰਸੋਲੀਡੇਟ ਫੰਡ ਆਫ ਇੰਡੀਆ ਦੇ ਵਿੱਚੋਂ ਪੈਸਾ ਕਢਵਾ ਸਕਦੇ ਆ। ਕੰਸੋਲੀਡੇਟ ਫੰਡ ਆਫ ਇੰਡੀਆ ਅੰਡਰ ਆਰਟੀਕਲ 266 ਹੈ, ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਨੈਕਸਟ ਕੁਐਸਚਨ ਹੈ, ਕਹਿੰਦੇ ਵੋਟ ਔਨ ਅਕਾਊਂਟ ਇਜ਼ ਮੀਨਡ ਫॉर। ਕਹਿੰਦੇ ਜੇ ਆਪਾਂ ਗੱਲ ਕਰੀਏ ਕਿ ਵੋਟ ਔਨ ਅਕਾਊਂਟ ਹੁੰਦਾ ਕੀ ਹੈ, ਜਿਸ ਨੂੰ ਅੱਜ ਕੱਲ ਕੁਝ ਜ਼ਿਆਦਾ ਯੂਜ਼ ਨਹੀਂ ਕੀਤਾ ਜਾ ਰਿਹਾ। ਫਸਟਲੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੋਟ ਔਨ ਅਕਾਊਂਟ ਹੁੰਦਾ ਕੀ ਹੈ। ਫਸਟਲੀ ਮੈਂ ਆਨਸਰ ਦੇ ਦਿੰਦੀ ਹਾਂ, ਬਾਅਦ ਦੇ ਵਿੱਚ ਮੈਂ ਐਕਸਪਲੇਨ ਕਰਾਂਗੀ। ਦੇਖੋ ਵੋਟ ਔਨ ਅਕਾਊਂਟ ਕੀ ਹੁੰਦਾ ਹੈ? ਐਪਰੋਪ੍ਰੀਏਟਿੰਗ ਫੰਡਸ ਪੈਂਡਿੰਗ ਪਾਸਿੰਗ ਆਫ ਬਜਟ। ਕਹਿੰਦੇ ਐਪਰੋਪ੍ਰੀਏਟਿੰਗ ਫੰਡ ਉਹ ਵਾਲੇ ਐਪਰੋਪ੍ਰੀਏਟਿੰਗ ਫੰਡ ਜਿਹੜੇ ਪੈਂਡਿੰਗ ਹੁੰਦੇ ਨੇ ਪਾਸਿੰਗ ਆਫ ਬਜਟ। ਦੇਖੋ ਮੈਂ ਤੁਹਾਨੂੰ ਸਿੰਪਲ ਵਰਡਸ ਦੇ ਵਿੱਚ ਦੱਸ ਦਿੰਦੀ ਹਾਂ ਕਿ ਵੋਟ ਔਨ ਅਕਾਊਂਟ ਹੁੰਦਾ ਕੀ ਹੈ, ਜਿਹਨੂੰ ਅੱਜ ਕੱਲ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ। ਪਹਿਲਾਂ ਹੁੰਦਾ ਕੀ ਸੀ ਕਿ ਸਾਡਾ ਜਿਹੜਾ ਬਿੱਲ ਜੋ ਸਾਡਾ ਬਜਟ ਸੀ ਉਸ ਨੂੰ ਕੀ ਕੀਤਾ ਜਾਂਦਾ ਸੀ, ਸਭ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਬਜਟ ਹੈ ਉਹ ਆਰਟੀਕਲ ਕਨਸਟੀਟਿਊਸ਼ਨ ਦੇ ਵਿੱਚ ਕਦੇ ਵੀ ਬਜਟ ਦੀ ਗੱਲ ਕੀਤੀ ਨਹੀਂ ਗਈ। ਬਜਟ ਵਰਡ ਨੂੰ ਯੂਜ਼ ਨਹੀਂ ਕੀਤਾ ਗਿਆ, ਉਸ ਦੀ ਜਗ੍ਹਾ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਲਿਖਿਆ ਗਿਆ। ਕਿਸ ਆਰਟੀਕਲ ਦੇ ਅੰਡਰ? ਜੇ ਸੈਂਟਰ ਦੀ ਗੱਲ ਕਰੀਏ ਤਾਂ ਆਰਟੀਕਲ 112 ਦੇ ਅੰਡਰ ਲਿਖਿਆ ਗਿਆ। ਪਹਿਲਾਂ ਕੀ ਹੁੰਦਾ ਸੀ, ਬਜਟ ਨੂੰ ਇੱਕ ਫਾਈਨੈਂਸ਼ੀਅਲ ਫਿਸਕਲ ਈਅਰ ਦੇ ਲਈ ਕੀ ਕੀਤਾ ਜਾਂਦਾ ਸੀ, ਇੰਟਰੋਡਿਊਸ ਕੀਤਾ ਜਾਂਦਾ ਸੀ। ਇਹ ਫਾਈਨੈਂਸ਼ੀਅਲ ਈਅਰ ਕਦੋਂ ਸਟਾਰਟ ਹੁੰਦਾ ਹੈ? ਇਹ ਫਾਈਨੈਂਸ਼ੀਅਲ ਈਅਰ ਸਟਾਰਟ ਹੁੰਦਾ ਹੈ ਜੀ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਦਿੱਤਾ ਜਾਂਦਾ ਇੱਕ ਬਜਟ। ਪਹਿਲਾਂ ਕੀ ਹੁੰਦਾ ਸੀ ਕਿ ਜੋ ਸਾਡਾ ਬਜਟ ਹੈ ਉਸ ਨੂੰ ਇੰਟਰੋਡਿਊਸ ਕੀਤਾ ਜਾਂਦਾ ਸੀ ਐਂਡ ਆਫ ਦਾ ਫੈਬ ਇਸ ਨੂੰ ਇੰਟਰੋਡਿਊਸ ਕੀਤਾ ਜਾਂਦਾ ਸੀ। ਫੈਬ ਮਾਰਚ ਪੂਰਾ ਤੇ ਅਪ੍ਰੈਲ ਵੀ ਹਾਫ ਤੇ ਪੂਰਾ, ਇਹ ਪੂਰੇ 2 ਮਹੀਨੇ ਲੱਗ ਜਾਂਦੇ ਸੀ ਇਸ ਬਜਟ ਨੂੰ ਡਿਸਕਸ ਕਰਨ ਦੇ ਉੱਤੇ, ਵੋਟ ਕਰਨ ਦੇ ਉੱਤੇ ਤੇ ਇਸ ਤੋਂ ਬਾਅਦ ਇਸ ਨੂੰ ਲਾਗੂ ਕਰਨ ਦੇ ਉੱਤੇ। ਤਾਂ ਹੁਣ ਸਾਨੂੰ ਪਤਾ ਹੈ ਕਿ ਜਿਹੜਾ ਸਾਡਾ ਫਾਈਨੈਂਸ਼ੀਅਲ ਈਅਰ ਹੈ ਉਹ 31 ਮਾਰਚ ਨੂੰ ਸਾਡੇ ਕੋਲ ਪੈਸਾ ਖਤਮ ਹੋ ਚੁੱਕਿਆ ਹੈ। 1 ਅਪ੍ਰੈਲ ਤੋਂ ਸਾਨੂੰ ਨਵਾਂ ਪੈਸਾ ਚਾਹੀਦਾ ਹੈ, ਬਟ ਆਲਰੇਡੀ ਉਹ ਵਾਲਾ ਮੰਥ ਤਾਂ ਅਸੀਂ ਡਿਸਕਸ਼ਨਸ ਦੇ ਉੱਤੇ ਕੱਢ ਰਹੇ ਹਾਂ, ਤਾਂ ਉਹ ਪੈਸਾ ਸਾਡੇ ਕੋਲ ਕਿੱਥੋਂ ਆਏਗਾ? ਤਾਂ ਉਸ ਪੈਸੇ ਦੇ ਲਈ ਬਜਟ ਦੇ ਵਿੱਚੋਂ ਕੁਝ ਪੈਸਾ, ਕੁਝ ਹਿੱਸਾ 1/6 ਪਾਰਟ ਆਫ ਦਾ ਬਜਟ ਪਹਿਲਾਂ ਤੋਂ ਹੀ ਕੱਢ ਕੇ ਰੱਖ ਲਿਆ ਜਾਂਦਾ ਸੀ ਤਾਂ ਜੋ ਉਸ ਨੂੰ ਅਪ੍ਰੈਲ ਦੇ ਮੰਥ ਦੇ ਵਿੱਚ ਯੂਜ਼ ਕੀਤਾ ਜਾ ਸਕੇ। ਜਿੰਨਾ ਟਾਈਮ ਪ੍ਰੋਸੀਡਿੰਗਸ ਚੱਲਦੀਆਂ ਨੇ ਬਜਟ ਦੇ ਉੱਤੇ ਉਸ ਸਮੇਂ ਯੂਜ਼ ਕੀਤਾ ਜਾ ਸਕੇ, ਤਾਂ ਇਹਨੂੰ ਬਿਨਾਂ ਵੋਟ ਤੋਂ ਹੀ ਬਾਹਰ ਕੱਢ ਕੇ ਰੱਖ ਲਿਆ ਜਾਂਦਾ ਸੀ।
ਬਟ ਹੁਣ ਇਸ ਵੋਟ ਔਨ ਅਕਾਊਂਟ ਦਾ ਕੁਝ ਜ਼ਿਆਦਾ ਯੂਜ਼ ਨਹੀਂ ਹੁੰਦਾ, ਬਿਕਾਜ਼ ਆਪਾਂ ਕੀ ਕਰਦੇ ਹਾਂ, ਸਟਾਰਟਿੰਗ ਆਫ ਫੈਬ ਆਪਾਂ ਕੀ ਕਰ ਲੈਂਦੇ ਆ, ਬਜਟ ਨੂੰ ਇੰਟਰੋਡਿਊਸ ਕਰ ਦਿੰਦੇ ਆ, ਉਸ ਨੂੰ ਪਾਸ ਕਰਦੇ ਆਪਾਂ ਮਾਰਚ ਦੇ ਐਂਡ ਤੱਕ ਪਾਸ ਕਰ ਦਿੰਦੇ ਆ, ਤੇ ਅਪ੍ਰੈਲ ਦੇ ਵਿੱਚ ਸਾਡੇ ਕੋਲ ਪਹਿਲਾਂ ਹੀ ਪੈਸਾ ਹੁੰਦਾ ਹੈ, ਐਪਰੋਪ੍ਰੀਏਸ਼ਨ ਬਿੱਲ ਪਾਸ ਹੋਣ ਤੋਂ ਬਾਅਦ ਸਾਡੇ ਕੋਲ ਪੈਸਾ ਹੁੰਦਾ ਹੈ। ਸੋ ਪਹਿਲਾਂ ਕੀ ਯੂਜ਼ ਕੀਤਾ ਜਾਂਦਾ ਸੀ ਕਿ ਅਗਰ ਅਪ੍ਰੈਲ ਮਹੀਨੇ ਲਈ ਸਾਨੂੰ ਖਰਚਾ ਚਾਹੀਦਾ ਤਾਂ ਉਹਦੇ ਲਈ ਪਹਿਲਾਂ ਹੀ ਅਮਾਉਂਟ ਕੱਢ ਕੇ ਰੱਖ ਲਓ, ਜਿਸ ਨੂੰ ਕੀ ਕਿਹਾ ਜਾਂਦਾ ਸੀ, ਵੋਟ ਔਨ ਅਕਾਊਂਟ ਐਪਰੋਪ੍ਰੀਏਟਿੰਗ ਫੰਡ ਪੈਂਡਿੰਗ ਪਾਸਿੰਗ ਆਫ ਬਜਟ। ਠੀਕ ਹੈ ਜੀ, ਹੋਪਫੁਲੀ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਕੁਐਸਚਨ ਹੈ, ਕਹਿੰਦੇ ਇਨ ਵਿਚ ਆਫ ਦ ਫੋਲੋਇੰਗ ਕਮੇਟੀਜ਼ देयर इज नो ਰਿਪਰੈਜ਼ੈਂਟੇਸ਼ਨ ਆਫ ਰਾਜ ਸਭਾ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਿਫਰੈਂਟ ਟਾਈਪ ਆਫ ਕਮੇਟੀਜ਼ ਨੇ ਪਾਰਲੀਮੈਂਟ ਦੀਆਂ, ਅਡ ਹੌਕ ਕਮੇਟੀ, ਜੁਆਇੰਟ ਕਮੇਟੀਜ਼। ਠੀਕ ਹੈ ਜੀ, ਪੁੱਛਿਆ ਜਾਂਦਾ ਹੈ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਕਮੇਟੀ ਹੈ ਜਿਸ ਦੇ ਵਿੱਚ ਰਾਜ ਸਭਾ ਦਾ ਕੋਈ ਮੈਂਬਰ ਹੀ ਨਹੀਂ ਹੈ, ਜਿਹਦੇ ਵਿੱਚ 30 ਦੇ 30 ਮੈਂਬਰ, 30 ਦੇ 30 ਮੈਂਬਰਸ ਲੋਕ ਸਭਾ ਦੇ ਨੇ, ਤੇ ਉਸੇ ਕਮੇਟੀ ਨੂੰ ਲਾਰਜੈਸਟ ਕਮੇਟੀ ਆਫ ਪਾਰਲੀਮੈਂਟ ਕਿਹਾ ਜਾਂਦਾ ਹੈ। ਤੇ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਸੀ, ਉਸ ਕਮੇਟੀ ਦਾ ਨਾਮ ਹੈ ਜੀ ਐਸਟੀਮੇਟ ਕਮੇਟੀ। ਐਸਟੀਮੇਟ ਕਮੇਟੀ ਨੂੰ ਕੀ ਕਿਹਾ ਜਾਂਦਾ ਹੈ, ਲਾਰਜੈਸਟ ਕਮੇਟੀ ਕਿਹਾ ਜਾਂਦਾ ਹੈ। ਰੀਜ਼ਨ ਕੀ ਹੈ, ਕਿਉਂਕਿ ਇਸ ਦੇ ਵਿੱਚ 30 ਮੈਂਬਰਸ ਨੇ ਤੇ 30 ਦੇ 30 ਮੈਂਬਰ ਹੀ ਲੋਕ ਸਭਾ ਦੇ ਮੈਂਬਰ ਹੁੰਦੇ ਨੇ। ਬਾਕੀ ਅੱਗੇ ਆਪਾਂ ਗੱਲ ਕਰੀਏ, ਅਗਰ ਪਬਲਿਕ ਅਕਾਊਂਟ ਕਮੇਟੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 22 ਮੈਂਬਰ ਹੁੰਦੇ ਨੇ, ਜਿਸ ਦੇ ਵਿੱਚੋਂ 15 ਮੈਂਬਰ ਤਾਂ ਹੋ ਗਏ ਸਾਡੇ ਲੋਕ ਸਭਾ ਦੇ ਤੇ 7 ਮੈਂਬਰ ਹੁੰਦੇ ਨੇ ਸਾਡੇ ਰਾਜ ਸਭਾ ਦੇ। ਅਗਰ ਕਮੇਟੀ ਔਨ ਪਬਲਿਕ ਅਕਾਊਂਟ ਅੰਡਰਟੇਕਿੰਗ ਦੀ ਗੱਲ ਕਰੀਏ, ਇਸ ਦੇ ਵਿੱਚ ਵੀ 22 ਮੈਂਬਰ ਹੁੰਦੇ ਨੇ, 15 ਹੁੰਦੇ ਨੇ ਲੋਕ ਸਭਾ ਦੇ ਵਿੱਚੋਂ ਤੇ 7 ਹੁੰਦੇ ਨੇ ਸਾਡੇ ਰਾਜ ਸਭਾ ਦੇ ਵਿੱਚੋਂ। ਠੀਕ ਹੈ ਜੀ, ਸੋ ਲਾਰਜੈਸਟ ਕਮੇਟੀ ਐਂਡ ਉਹ ਕਮੇਟੀ ਜਿਸ ਦੇ ਵਿੱਚ ਰਾਜ ਸਭਾ ਦਾ ਕੋਈ ਮੈਂਬਰ ਨਹੀਂ ਹੁੰਦਾ ਤਾਂ ਉਹ ਹੁੰਦੀ ਹੈ ਜੀ ਸਾਡੀ ਐਸਟੀਮੇਟ ਕਮੇਟੀ। ਨੈਕਸਟ ਤੇ ਲਾਸਟ ਕੁਐਸਚਨ ਹੈ ਦੀ ਸੀਰੀਜ਼ ਦਾ, ਕੁਐਸਚਨ ਕੀ ਹੈ, ਕਹਿੰਦੇ ਦਾ ਪਬਲਿਕ ਅਕਾਊਂਟ ਕਮੇਟੀ ਸਬਮਿਟਸ ਇਟ ਰਿਪੋਰਟ ਟੂ। ਕਹਿੰਦੇ ਜਿਹੜੀ ਪਬਲਿਕ ਅਕਾਊਂਟ ਕਮੇਟੀ ਹੈ, ਕਹਿੰਦੇ ਉਹ ਆਪਣੀ ਜਿਹੜੀ ਰਿਪੋਰਟ ਹੈ ਉਹ ਕਿਸ ਨੂੰ ਸਬਮਿਟ ਕਰਵਾਉਂਦੀ ਹੈ। ਤਾਂ ਬਹੁਤ ਈਜ਼ੀ ਕੁਐਸਚਨ ਹੈ, ਇਹ ਆਪਣੀ ਲੋਕ ਸਭਾ ਦੇ ਸਪੀਕਰ ਨੂੰ ਸਬਮਿਟ ਕਰਵਾਉਂਦੀ ਹੈ, ਕਿਉਂਕਿ ਇਹਨਾਂ ਕਮੇਟੀਜ਼ ਦੇ ਜਿਹੜੇ ਚੇਅਰਮੈਨ ਨੇ ਉਹ ਲੋਕ ਸਭਾ ਦੇ ਸਪੀਕਰ ਵੱਲੋਂ ਹੀ ਕੀ ਕੀਤੇ ਜਾਂਦੇ ਨੇ, ਅਪਾਇੰਟ ਕੀਤੇ ਜਾਂਦੇ ਨੇ। ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਸੀਰੀਜ਼ ਹੁੰਦੀ ਹੈ ਕੰਪਲੀਟ। ਹੋਪਫੁਲੀ ਤੁਹਾਨੂੰ ਸੀਰੀਜ਼ ਪਸੰਦ ਆਈ ਹੋਏਗੀ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਰਿਵਿਊ ਜ਼ਰੂਰ ਦੱਸਣੇ। ਅਗਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਸੋ ਥੈਂਕ ਯੂ ਸੋ ਮਚ, ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।